सती नहीं पढ़िया। मूर्ख मुग्धा जन्म भयो। प्रणवत नानक तिन की शरणा। जिन तो नाही विसरिया। नाहो जति सती नहीं पढ़िया। मूर्ख मुग्धा जन्म पया। प्रणवत नानक तिन की शरणा। जिन तू नाही विसरिया। निमाणियां दे मान, निताणियां दे ताण, निधरियां दी धिर, निआसरियां दा आसरा। शब्दावतार शब्द गुरु जागत जोत। धन धन साहिब श्री गुरु ग्रंथ साहिब महाराज जी दे पावन हजूरी अंदर जिथे असी तन करके आए हाँ। बहुतात गिणती विच फेसबुक चैनल पंजाबी दे राही घरां विच बैठ करके दूर दरेडे असी इस प्रोग्राम नूं सरवण कर रहे हाँ, जो अज मुड़ फिर आप जी नूं भाई साहब भाई गुरचरण सिंह जी सत्कार जो इत्थे गुरु के घर दे विच मुखी तौर ते सेवावां निभा रहे हैं। आप नाल वचन साझे कीते कि जो लड़ीवार विचार गुरबाणी दी करोना करके नहीं सी कर पाए, इतिहास दियां विचारां चल रही सन। अज तो गुरु शब्द दी लड़ीवार विचार फिर आरंभ है। आओ लड़ीवार गुरु शब्द दी विचार नाल जुड़िए। जुड़न तो पहला सारे ही रसना नूं सफला करिए। मन बिरतियां एकागर करो जी, कोई रसना भी वांझी ना रह जावे। सतनाम श्री वाहेगुरु। सतनाम श्री वाहेगुरु साहेब जी। गौड़ी गुवारेरी महला पंजवा। कल जुग मह मिल आए संजोग। जिचर आज्ञा तिचर भोग है भोग। जलै न पाइय राम स्नेही। किरत संजोग सती उठ होई। इस शब्द दे विच सानू अज गुरु अर्जन साहब महाराज सोझी करा रहे ने। जति किनू कहंदे ने ते सती किनू कहंदे ने। जो मंगला चरण विच मैं शब्द पढ़िया, ना हों जति सती नहीं पढ़िया। हुण गुरु नूं भी असीं आ के कहिए पातशाह जी असीं ना जती हाँ ते ना ही सती ते ना ही सानू कोई ज्ञान है, असीं बेसमझ हाँ। प्रणवत नानक तिन की शरणा। जिन तू ना ही विसरिया। जिन्हां दे अंदरों तू विसरिया नहीं, जिन्हां नूं तू भुलाया नहीं, जिन्हां ने तेरी याद अपने अंदरों विसारी नहीं, उन्हां दे चरनां ते बार बार नमस्कार। हुण जति ते सती ते आओ। जति दी परिभाषा की है ते सती दी परिभाषा की है, मेरे साहिब जी अज दे हुक्म विच बख्श रहे ने। जलै ना पाइयै राम स्नेही। जलै जल बल जाओ। जल कहंदे ने सड़ बल जाना। जल पानी नूं भी आखदे ने।
ਹੁਣ ਪ੍ਰਕਰਨ ਅਨੁਸਾਰ ਸਾਨੂੰ ਧਿਆਨ ਦੇਣਾ ਪੈਣਾ ਗੁਰਬਾਣੀ ਕੀ ਕਹਿ ਰਹੀ ਹੈ। ਕਈ ਵਾਰੀ ਅਸੀਂ ਕਹਿੰਦੇ ਆ ਮੇਰਾ ਸਰੀਰ ਇੰਨਾ ਜਲ ਗਿਆ, ਮੈਨੂੰ ਸੜ ਗਿਆ। ਹੁਣ ਇੱਥੇ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਜਲੈ ਨਾ ਪਾਈਐ। ਜਲੈ ਤੋਂ ਭਾਵ ਇਹ ਮਨੁੱਖ ਸੜ ਕੇ ਨਾ ਪਾਈਐ ਕੀ ਰਾਮ ਸਨੇਹੀ। ਸਨੇਹੀ ਤੋਂ ਭਾਵ ਹੈ ਪ੍ਰੇਮ, ਪਿਆਰ। ਜੇ ਰਾਮ ਦੀ ਅਸੀਂ ਗੱਲ ਕਰੀਏ ਤੇ ਰਮੇ ਹੋਏ ਪ੍ਰਮਾਤਮਾ ਦੀ ਗੱਲ ਹੈ। ਇਹ ਹੈ ਤਾਂ ਰੱਬ ਦੀ ਗੱਲ ਹੈ, ਉਸ ਪ੍ਰਮਾਤਮਾ ਦੀ ਜਗਿਆਸੂ ਜੀਵ ਇਸਤਰੀ ਦੇ ਲਈ ਹੈ। ਪਰ ਇੱਕ ਮੇਲ ਫੀਮੇਲ, ਇਸਤਰੀ ਤੇ ਮਰਦ ਨੂੰ ਸੰਬੋਧਨ ਕਰਦੇ ਆ, ਉਹਦਾ ਉਦਾਹਰਣ ਦਿੰਦੇ ਆ, ਨਿਰੰਕਾਰ ਦੀ ਗੱਲ ਕੀਤੀ ਗਈ ਹੈ। ਇੱਥੇ ਇਹਦੇ ਅਰਥ ਜੇ ਐਵੇਂ ਕਰੀਏ ਪਹਿਲਾਂ ਸਮਝਣ ਦੇ ਲਈ, ਜਲੈ ਨਾ ਪਾਈਐ ਰਾਮ ਸਨੇਹੀ। ਸਨੇਹੀ ਤੋਂ ਭਾਵ ਹੈ ਪ੍ਰੇਮ, ਪਿਆਰ। ਪਤੀ ਦਾ ਸੜ ਕੇ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਜੇ ਅਸੀਂ 1700 ਵਰੇ ਪਿਛਾ ਚਲੇ ਜਾਈਏ ਨਾ, 1700 ਵਰੇ ਪਿਛਾ ਜਾਈਏ ਤੇ ਖਿਆਲ ਮਾਰੀਏ ਤੇ ਉਸ ਸਮੇਂ ਕਬੀਲੇ ਹੁੰਦੇ ਸਨ। ਕਬੀਲੇ ਹੁਣ ਪੁਰਾਣਿਆਂ ਨੂੰ ਤੇ ਪਤਾ ਕਬੀਲੇ ਕਿਹਨੂੰ ਆਖਦੇ ਨੇ, ਅੱਜ ਨਿਊ ਜਨਰੇਸ਼ਨ ਨੂੰ ਪਤਾ ਨਹੀਂ ਹੈ ਵੀ ਕਬੀਲਾ ਕਿਹਨੂੰ ਕਹਿੰਦੇ ਨੇ। ਜਿਵੇਂ ਛੋਟੇ ਛੋਟੇ ਕਬੀਲੇ ਹੋਣੇ, ਭਾਵ ਕੁਟੁੰਬ ਹੋਣਾ, ਪਰਿਵਾਰ ਹੋਣਾ, ਫਿਰ ਉਹ ਵੱਧਦਾ ਗਿਆ, ਕਬੀਲੇ ਵੱਡੇ ਹੁੰਦੇ ਗਏ, ਉਹ ਫਿਰ ਰਿਆਸਤਾਂ ਦੇ ਰਾਜਿਆਂ ਦਾ ਰੂਪ ਧਾਰਨ ਕਰ ਗਏ। ਕਬੀਲਿਆਂ ਤੋਂ ਪਹਿਲਾਂ ਛੋਟੇ ਛੋਟੇ ਕਬੀਲੇ ਹੁੰਦੇ ਸਨ। ਪਰਿਵਾਰ ਜਿਹਨੂੰ ਆਪਾਂ ਸ਼ਰੀਕ ਕਹਿ ਲਈਏ, ਘਰ ਆਪਣੇ ਪਰਿਵਾਰ ਸ਼ਰੀਕੇ ਦੇ ਘਰ, ਉਹਨੂੰ ਕਬੀਲਾ ਕਹਿ ਦਿੰਦੇ, ਫਲਾਣਿਆਂ ਦਾ ਕਬੀਲਾ। ਕਬੀਲੇ ਸਨ ਤੇ ਉਹਨਾਂ ਕਬੀਲਿਆਂ ਦੇ ਵਿੱਚ ਇੱਕ ਪ੍ਰਥਾ ਚੱਲੀ ਸੀ ਕਿ ਜਦੋਂ ਪਤੀ ਮਰ ਜਾਵੇ, ਸਿੱਧੇ ਜੇ ਸ਼ਬਦ ਮੈਂ ਕਹਾਂ ਪਕੜ ਚ ਆ ਜਾਵੇ, ਤੇ ਜਿਹੜੀ ਇਸਤਰੀ ਹੈ ਉਹਦੇ ਨਾਲ ਸੜ ਜਾਵੇ। ਤੇ ਸੜ ਜਾਵੇਗੀ ਤੇ ਫਿਰ ਉਸ ਨੂੰ ਜੇ ਆਪਾਂ ਸਿਮਰਤੀ ਵੇਖੀਏ, ਸਿਮਰਤੀ ਪ੍ਰਾਸ਼ਰ ਜਿਹੜੀ ਸਿਮਰਤੀ ਹੈ ਨਾ, ਇਹਦੇ ਚੌਥੇ ਅਧਿਆਏ ਦੇ ਵਿੱਚ ਇਹ ਲਿਖਿਆ ਹੈ, ਜਿਹੜੀ ਇਸਤਰੀ ਸੜ ਕੇ ਆਪਣੇ ਪਤੀ ਦੇ ਨਾਲ ਸਤੀ ਹੋ ਜਾਂਦੀ ਹੈ, ਜਿੰਨੇ ਪਤੀ ਦੇ ਰੋਮ ਨੇ ਨਾ ਸਰੀਰ ਦੇ ਉੱਤੇ, ਜਿੰਨੇ ਪਤੀ ਦੇ ਰੋਮ ਨੇ, ਓਨੇ ਵਰੇ ਬਿਹਸਤ ਕਹਿ ਲੋ, ਸਵਰਗ ਕਹਿ ਲੋ, ਉਹ ਸਵਰਗ ਦਾ ਸੁਖ ਮਾਣਦੀ ਹੈ। ਜਿਹੜੀ ਇਸਤਰੀ ਆਪਣੇ ਪਤੀ ਦੇ ਨਾਲ ਸਤੀ ਹੋ ਜਾਵੇ, ਜਿੰਨੇ ਹੀ ਉਹਦੇ ਰੋਮ ਨੇ, ਇਹ ਸਿਮਰਤੀ ਦੇ ਵਿੱਚ ਲਿਖਿਆ ਪਰਸ਼ਰਾਮ ਜਿਹੜੀ ਸਿਮਰਤੀ ਉਹਦੇ ਚੌਥੇ ਨੰਬਰ ਅਧਿਆਏ ਦੇ ਉੱਤੇ ਲਿਖਿਆ ਹੈ। ਤੇ ਜੇ ਉਹ ਸੜ ਕੇ ਪਤੀ ਨਾਲ ਸਤੀ ਹੁੰਦੀ ਹੈ ਤੇ ਜਿੰਨੇ ਉਹਦੇ ਰੋਮ ਨੇ ਉਹਨੇ ਸਮਾਂ ਉਹਨੂੰ ਸਵਰਗ ਦੇ ਸੁੱਖ ਮਿਲਦੇ ਨੇ। ਪਰ ਗੁਰੂ ਨਾਨਕ ਦੇ ਘਰ ਵਿੱਚ ਇਹ ਕੰਡੇਮ ਖਤਮ ਕਰ ਦਿੱਤੀ ਮਰਿਆਦਾ। ਪਾਤਸ਼ਾਹ ਨੇ ਕਿਹਾ ਨਾ, ਧੰਨ ਗੁਰੂ ਅਮਰਦਾਸ ਜੀ ਦੇ ਸਮੇਂ ਤੇ ਆਪਾਂ ਆਉਨੇ ਆ ਇਸ ਸ਼ਬਦ ਦੇ ਨਾਲ। ਇੱਕ ਸਤੀ ਦੀ ਪ੍ਰਥਾ ਹੋਰ ਸੀ, ਜਿਹੜਾ ਦਕਸ਼ ਪ੍ਰਜਾਪਤੀ ਹੋਇਆ। ਦਕਸ਼ ਪ੍ਰਜਾਪਤੀ ਉਹਨੇ ਬਹੁਤ ਵੱਡਾ ਯੱਗ ਕੀਤਾ ਤੇ ਉਹਦਾ ਜਿਹੜਾ ਦਮਾਦ ਹੈ ਸ਼ਿਵਜੀ, ਸ਼ਿਵਜੀ ਦੀ ਪਤਨੀ ਹੈ ਪਾਰਵਤੀ, ਤੇ ਉਸ ਨੇ ਆਪਣੇ ਦਮਾਦ ਦਾ ਆਸਣ ਸਿੰਘਾਸਣ ਨਾ ਬਣਾਇਆ। ਬਹੁਤ ਵੱਡਾ ਜਾਗ ਹੋ ਰਿਹਾ ਸੀ ਤੇ ਆਪਣੇ ਪਤੀ ਨੂੰ ਪੁੱਛਣ ਲੱਗੀ ਪਾਰਵਤੀ, ਤੁਸੀਂ ਕਹੋਗੇ ਭਾਈ ਸਾਹਿਬ ਨੂੰ ਤੇ ਕਿਹਾ ਸੀ ਕਥਾ ਸੁਣਾਓ, ਸ਼ਬਦ ਦੀ ਤੇ ਹੋਰ ਹੀ ਪਾਸੇ ਤੁਰੇ ਨੇ, ਗੱਲ ਖੁੱਲੇਗੀ ਤਾਂ ਸ਼ਬਦ ਦੀ ਕਥਾ, ਜੇ ਪਤਾ ਲੱਗੇਗਾ ਤੇ। ਉਹ ਆਪਣੇ ਪਤੀ ਨੂੰ ਭਗਵਾਨ ਸ਼ਿਵਜੀ ਨੂੰ ਪੁੱਛਦੀ ਹੈ ਵੀ ਇਹ ਲੋਕ ਗਰੁੜ ਤੇ ਇਹ ਕਿੱਧਰ ਜਾ ਰਹੇ ਨੇ। ਉਹ ਕਹਿੰਦਾ ਵੀ ਤੇਰੇ ਪਿਤਾ ਦਕਸ਼ ਨੇ ਬਹੁਤ ਵੱਡਾ ਜੱਗ ਕੀਤਾ ਹੈ ਤੇ ਲੋਕ ਉੱਥੇ ਜਾ ਰਹੇ ਨੇ। ਕਹਿੰਦੀ ਆਪਾਂ ਨੂੰ ਤੇ ਬੁਲਾਇਆ ਹੀ ਨਹੀਂ। ਹੁਣ ਮਨ ਵਿੱਚ ਇਹ ਖਿਆਲ ਆਇਆ ਵੀ ਆਪਾਂ ਨੂੰ ਵੀ ਜਾਣਾ ਚਾਹੀਦਾ। ਹੁਣ ਪਾਰਵਤੀ ਦਾ ਪਤੀ ਕਹਿੰਦਾ ਵੀ ਆਪਾਂ ਬਿਨਾਂ ਬੁਲਾਇਆ ਨਹੀਂ ਜਾਣਾ ਚਾਹੀਦਾ, ਬਿਨਾਂ ਬੁਲਾਇਆ ਜਾਈਏ ਤੇ ਅਪਮਾਨ ਹੁੰਦਾ ਹੈ, ਬਿਨਾਂ ਬੁਲਾਇਆ ਨਹੀਂ ਜਾਣਾ ਚਾਹੀਦਾ, ਅਪਮਾਨ ਹੁੰਦਾ ਹੈ, ਮਾਣ ਨਹੀਂ ਹੁੰਦਾ। ਕਹਿਣ ਲੱਗੀ ਮੇਰੇ ਤੇ ਪੇਕਾ ਘਰ ਹੈ, ਮੇਰਾ ਤੇ ਪਿਤਾ ਦਾ ਘਰ ਹੈ, ਮੈਂ ਤੇ ਜਾਣਾ ਹੈ, ਮੈਂ ਤੇ ਜਾਵਾਂਗੀ। ਕਹਿਣ ਲੱਗਾ ਭਲੀਏ ਤੂੰ ਚਲੇ ਜਾ। ਜਦੋਂ ਗਈ ਹੈ ਤੇ ਵੇਖਿਆ ਸਾਰਿਆਂ ਦੇ ਸਿੰਘਾਸਣ ਲੱਗੇ ਹੋਏ ਸਨ। ਜਦੋਂ VIP ਮੀਟਿੰਗ ਹੁੰਦੀ ਹੈ ਨਾ ਤੇ ਸਾਰਿਆਂ ਦੀਆਂ ਚੇਅਰਾਂ ਲੱਗੀਆਂ ਹੁੰਦੀਆਂ ਨੇ ਤੇ ਚੇਅਰਾਂ ਦੇ ਉੱਤੇ ਫੱਟੀਆਂ ਵੀ ਰੱਖੀਆਂ ਹੁੰਦੀਆਂ ਨੇ, ਨਾਮ ਲਿਖ ਕੇ ਰੱਖੇ ਹੁੰਦੇ ਨੇ, ਆਹ ਚੇਅਰ ਫਲਾਣੇ ਦੀ ਹੈ।
ਸਾਰਿਆਂ ਦੇ ਆਸਣ ਲੱਗੇ ਹੋਏ ਸਨ, ਪਰ ਸ਼ਿਵ ਜੀ ਦਾ ਕੋਈ ਵੀ ਆਸਣ ਨਹੀਂ ਹੈ। ਪਾਰਵਤੀ ਨੂੰ ਵੇਖ ਕੇ ਗੁੱਸਾ ਤੇ ਬੜਾ ਆਇਆ, ਕ੍ਰੋਧ ਤੇ ਬਹੁਤ ਆਇਆ ਵੀ ਮੇਰੇ ਪਤੀ ਦਾ, ਮੇਰੇ ਪਿਤਾ ਨੇ ਕੋਈ ਆਸਣ ਨਹੀਂ ਲਾਇਆ, ਸਾਰਿਆਂ ਦੇ ਲੱਗੇ ਹੋਏ ਨੇ। ਕ੍ਰੋਧਿਤ ਹੋਈ ਤੇ ਨਾਲ ਹੀ ਦਕਸ਼ ਪ੍ਰਜਾਪਤੀ ਨੇ ਉਸੇ ਵੇਲੇ ਆਪਣੀ ਪੁੱਤਰੀ ਨੂੰ ਕਹਿ ਦਿੱਤਾ, ਉਹ ਢੋਂਗੀ ਨੂੰ ਜਿਸ ਨੇ ਗਲ ਵਿੱਚ ਸੱਪ ਪਾਏ ਹੋਏ ਨੇ, ਅੱਖਾਂ ਮੀਟ ਲੈਂਦਾ ਹੈ, ਉਹਨੂੰ ਕਿਤੇ ਛੱਡ ਆਈ ਹੈ। ਹੋਰ ਅੱਗ ਲੱਗ ਗਈ, ਪਰ ਮਨ ਵਿੱਚ ਬਰਦਾਸ਼ਤ ਕੀਤਾ, ਚਲੋ ਸ਼ਾਇਦ ਮੇਰੇ ਪਤੀ ਦਾ ਤੇ ਪਿਤਾ ਦਾ ਮਨ ਮਟਾਵ ਹੋਵੇ, ਮੁੱਕ ਜਾਵੇ। ਕਹਿੰਦੀ ਹੈ ਬਈ ਆਪਣੇ ਪਤੀ ਨੂੰ ਵੀ ਬੁਲਾਉਣਾ ਚਾਹੁੰਦੀ ਸੀ, ਪਰ ਨਾ ਬੁਲਾ ਸਕੀ। ਜਦੋਂ ਇਹੋ ਜਿਹੇ ਬੋਲ ਸੁਣੇ ਨਾ, ਕਟਾਕਸ਼ ਵਾਲੇ ਬੋਲ ਆਪਣੇ ਪਿਤਾ ਦੇ ਸੁਣੇ, ਤੇ ਕਿਹਾ ਮੈਂ ਜਿਹੜੇ ਕੰਨਾਂ ਨਾਲ ਸੁਣਿਆ ਹੈ ਨਾ, ਇਹ ਮੇਰੇ ਕੰਨ ਵੀ ਪਾਪੀ ਹੋ ਗਏ ਨੇ ਕਿ ਮੈਂ ਆਪਣੇ ਪਤੀ ਦੀ ਜਿਹੜੀ ਹੈ ਨਾ ਨਿੰਦਿਆ ਸੁਣ ਬੈਠੀ ਆ। ਤੇ ਹੁਣ ਉਹ ਉਸ ਕੁੰਡ ਦੇ ਵਿੱਚ ਉਹਨੇ ਛਾਲ ਮਾਰੀ ਤੇ ਸੜ ਗਈ। ਜਦੋਂ ਸੜ ਗਈ ਤੇ ਸ਼ਿਵ ਜੀ ਨੂੰ ਪਤਾ ਲੱਗਾ ਤੇ ਦੇਵਤਿਆਂ ਨੇ ਦੱਸਿਆ, ਤੇ ਉਹ ਆਇਆ, ਕ੍ਰੋਧਿਤ ਹੋਇਆ ਤੇ ਉਹਨੇ ਉਸ ਜੱਗ ਦਾ ਨਾਸ਼ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੀ ਪਤੀ ਨੂੰ ਮੋਢੇ ਤੇ ਰੱਖ ਲਿਆ। ਇਹ ਪੁਰਾਣਕ ਕਥਾਵਾਂ ਨੇ ਜੋ ਗੁਰੂ ਸਾਹਿਬ ਮਹਾਰਾਜ ਨੇ ਇਹਨਾਂ ਨੂੰ, ਇਹਨਾਂ ਕਥਾਵਾਂ ਦਾ, ਇਹਨਾਂ ਪਰੰਪਰਾਵਾਂ ਦਾ ਮਲਿਆ ਮੇਟ ਕਰਕੇ ਕਿੰਨਾ ਉਚਾਈਆਂ ਵਿੱਚ ਸਤਿਗੁਰੂ ਜੀ ਨੇ ਭਰਮ ਵਿੱਚੋਂ ਕੱਢ ਕੇ ਲਿਆਂਦਾ। ਇਹ ਗੁਰੂ ਦੀ ਬਾਣੀ ਨੇ ਸਾਨੂੰ ਕਿੰਨਾ ਚਾਨਣਾ ਦਿੱਤਾ, ਕਿੰਨਾ ਸਾਨੂੰ ਪ੍ਰਕਾਸ਼ ਦਿੱਤਾ, ਅੰਧਕਾਰ ਵਿੱਚੋਂ ਕੱਢਿਆ ਨਿਰੰਕਾਰ ਨਾਲ ਜੋੜਨ ਵਾਸਤੇ ਗੁਰੂ ਕੇ ਸ਼ਬਦ ਨੇ। ਇਸ ਨੇ ਉਸ ਨੂੰ ਮੋਢੇ ਤੇ ਚੁੱਕ ਲਿਆ, ਚੁੱਕ ਕੇ ਮੋਹ ਵਸ ਹੋ ਗਿਆ। ਤੇ ਸ਼ਿਵ ਜੀ ਨੂੰ ਜਦੋਂ ਮੋਹ ਵਸ ਹੋਇਆ ਤੇ ਵਿਸ਼ਨੂੰ ਨੇ ਵੇਖਿਆ ਤੇ ਉਹਨੇ ਚੱਕਰ ਚਲਾਇਆ, ਇਹੋ ਜਿਹਾ ਚੱਕਰ ਚਲਾਇਆ ਕਿ ਇਹਦੇ ਟੁਕੜੇ ਹੋ ਗਏ, 51 ਟੁਕੜੇ ਹੋਏ, 50 ਤੇ 1, 51 ਟੁਕੜੇ ਹੋਏ। ਜਿੱਥੇ ਜਿੱਥੇ ਇਸ ਦੇ ਟੁਕੜੇ ਜਾ ਕੇ ਲੱਗੇ, ਉਹ ਧਾਰਮਿਕ ਸਥਾਨ ਜਿਨ੍ਹਾਂ ਨੂੰ ਆਪਾਂ ਕਹਿ ਲਈਏ, ਜਿੱਥੇ ਜਿੱਬ ਡਿੱਗੀ ਉੱਥੇ ਬਣ ਗਿਆ ਜਵਾਲਾਮੁਖੀ, ਜਿੱਥੇ ਨੈਣ ਅੱਖਾਂ ਡਿੱਗੀਆਂ ਉੱਥੇ ਬਣ ਗਿਆ ਨੈਣਾ ਦੇਵੀ। ਆਹ ਇਤਿਹਾਸ ਹੈ। ਉੱਥੇ ਨੈਣਾ ਦੇਵੀ ਬਣ ਗਿਆ, ਜਿੱਥੇ ਜਿੱਬ ਗਿਰ ਗਈ ਉੱਥੇ ਜਵਾਲਾਮੁਖੀ ਬਣ ਗਈ। ਇਹ ਫਿਰ 51 ਪੀਠ ਮੰਨੇ ਗਏ। 51 ਜਿਹਨਾਂ ਲੋਕੀ ਅੱਜ ਵੀ ਲੋਕੀ ਜਾ ਕੇ ਦੇਵੀਆਂ ਦੇ ਦਰਸ਼ਨ ਕਰਨ ਜਾਂਦੇ ਨੇ ਨਾ, ਆਹ ਹੈ ਇਤਿਹਾਸ। ਹੁਣ ਇਹ ਤੁਸੀਂ ਸਮਝਣਾ ਹੈ ਵੀ ਅਸੀਂ ਕੀ ਕਰਨਾ ਹੈ, ਮੈਂ ਨਹੀਂ ਅੱਗੇ ਕੁਝ ਵੀ ਕਹਿੰਦਾ। ਹੁਣ ਜਦੋਂ ਇਹ ਕੁਝ ਹੋਇਆ, ਇਹ ਸਤੀ ਦੀ ਪ੍ਰਥਾ ਚੱਲ ਪਈ। ਸਤੀ ਦੀ ਪ੍ਰਥਾ ਪਹਿਲਾਂ ਵੀ ਚੱਲ ਰਹੀ ਸੀ। ਜਦੋਂ ਕੋਈ ਪਤੀ ਮਰਦਾ ਹੈ, ਜਿਹੜੀ ਇਸਤਰੀ ਹੈ ਉਹਦੇ ਨਾਲ ਸੜ ਕੇ ਸੁਆਹ ਹੋ ਜਾਂਦੀ ਹੈ। ਮੇਰੇ ਪਾਤਸ਼ਾਹ ਦੀ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਡਗ ਮਗ ਛਾ ਡਰੇ ਮਨ ਬੌਰਾ, ਡਗ ਮਗ ਛਾ ਡਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿਧ ਪਾਈਐ, ਲੀਨੋ ਹਾਥ ਸੰਧੋਰਾ। ਸੰਧੋਰਾ ਉਹਨੂੰ ਕਹਿੰਦੇ ਨੇ ਕਿ ਜਿਹੜਾ ਇਸਤਰੀ ਜਦੋਂ ਸਤੀ ਹੁੰਦੀ ਹੈ ਨਾ, ਇੱਕ ਥਾਲ ਦੇ ਵਿੱਚ ਨਾਰੀਅਲ ਸੰਧੂਰ ਲਾ ਕੇ ਅਤੇ ਚੂੜਾ ਆਦਿਕ ਜਿਹੜੇ ਇਸਤਰੀ ਦੇ ਸ਼ਿੰਗਾਰ ਦੇ ਜਾਂ ਪਤੀਵ੍ਰਤਾ ਇਸਤਰੀ ਦੇ ਹੋਣ ਦੇ ਉਹ ਜਿਹੜੇ ਚਿੰਨ੍ਹ ਹੁੰਦੇ ਨੇ ਨਾ, ਉਹਨੂੰ ਥਾਲ ਵਿੱਚ ਰੱਖ ਲਿਆ ਜਾਂਦਾ ਹੈ। ਜਲਦੀ ਸਮਾਪਤੀ ਕਰਾਂ, ਜ਼ਿਆਦਾ ਇਧਰ ਨਾ ਵਿਸਥਾਰ। ਉਹਨੂੰ ਰੱਖ ਕੇ ਥਾਲ ਦੇ ਵਿੱਚ, ਤੇ ਪਤੀ ਦੀ ਜਦੋਂ ਚਿਖਾ ਤਿਆਰ ਹੋ ਜਾਂਦੀ ਹੈ, ਉਹਨੂੰ ਉਸ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ। ਤੇ ਫਿਰ ਉਹਦੇ ਵਿੱਚ ਉਹ ਆਪਣੇ ਪਤੀ ਦਾ ਸਿਰ ਗੋਦ ਵਿੱਚ ਰੱਖ ਕੇ ਉਹ ਥਾਲ ਲੈ ਕੇ ਬੈਠ ਜਾਂਦੀ ਹੈ। ਫਿਰ ਅੱਗ ਲੱਗ ਜਾਂਦੀ ਹੈ ਤੇ ਸਾੜ ਦਿੱਤਾ ਜਾਂਦਾ ਹੈ। ਜਿਹੜੀ ਉਹ ਪਤਨੀ ਹੈ, ਪਤੀ ਦੇ ਨਾਲ ਸਤੀ ਸੜ ਜਾਂਦੀ ਹੈ। ਤੇ ਜੋ ਸੜ ਜਾਵੇ, ਤੇ ਇਹ ਸਿਮਰਤੀ ਕਹਿ ਰਹੀ ਹੈ ਚੌਥੇ ਅਧਿਆਏ ਦੇ ਵਿੱਚ ਵੀ ਜੇ ਸੜ ਜਾਵੇ ਤੇ ਉਹਨੂੰ ਜਿੰਨੇ ਪਤੀ ਦੇ ਰੋਮ ਨੇ, ਓਨੇ ਸਾਲ, ਓਨੇ ਵਰੇ ਬਿਹਸ ਸਵਰਗ ਦਾ ਸੁੱਖ ਮਿਲਦਾ ਹੈ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਕੀ ਆਖਦੇ ਨੇ, ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਨ, ਸਤੀਆਂ ਸਈ ਨਾਨਕਾ ਜੋ ਬਿਰਹਿ ਚੋਟ ਮਰਨ। ਹੁਣ ਧਿਆਨ ਦਿਆ ਜੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਤੀ ਕਿਹਨੂੰ ਕਹਿੰਦੇ ਨੇ? ਕਿਆ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ। ਮੜਿਆਂ ਤੋਂ ਭਾਵ ਹੈ ਲੱਕੜਾਂ ਦਾ ਢੇਰ। ਮੜੀ ਅਸੀਂ ਕਹਿ ਦਿੰਦੇ ਆ ਨਾ,
ਤੇ ਮੜਿਆਂ ਦਾ ਭਾਵ ਬਣ ਗਏ ਜਿਵੇਂ ਅਸੀਂ ਮੜੇ ਕਹਿ ਦਿੰਦੇ ਆ, ਢੇਰ ਕਹਿ ਦਈਏ, ਲੱਕੜਾਂ ਦੇ ਪੂਲੇ ਕਹਿ ਦਈਏ, ਈਂਧਨ ਕਹਿ ਦਈਏ। ਮੇਰੇ ਪਾਸ਼ਾ ਕਹਿੰਦੇ ਨੇ ਇਹ ਸਤੀ ਨਹੀਂ ਹੋ ਸਕਦੀ, ਕਿਉਂਕਿ ਉਹਦਾ ਤੇ ਆਪਣਾ ਦੇ ਮਨ ਕਰਦਾ ਹੀ ਨਹੀਂ। ਅੱਗ ਵਿੱਚ ਜਿਉਂਦੇ ਜੀ ਕਿਸੇ ਦਾ ਮਨ ਕਰਦਾ ਸੜਨ ਨੂੰ? ਕਿਸੇ ਦਾ ਜਿਉਂਦੇ ਜੀ ਆਪਣੇ ਆਪ ਮਰਨ ਨੂੰ ਜੀ ਕਰਦਾ ਹੈ? ਕਿਸੇ ਦਾ ਨਾ ਨਹੀਂ ਕਰਦਾ। ਕੋਈ ਕਿਸੇ ਥਾਂ ਤੇ ਜਿਹਦੇ ਨਾਲ ਬਹੁਤ ਪਿਆਰ ਹੋਵੇ ਤੇ ਕਵੇ ਵੀ ਮੈਂ ਤੇ ਤੇਰੇ ਤੋਂ ਬਿਨਾਂ ਜਿਉ ਨਹੀਂ ਸਕਦਾ ਹੀ ਨਹੀਂ। ਕਈ ਵਾਰੀ ਅਸੀਂ ਕਹਿ ਦਿੰਦੇ ਆ ਮੇਰੀ ਉਮਰ ਤੈਨੂੰ ਵੀ ਲੱਗੇ, ਠੀਕ ਹੈ, ਆਪ ਮੂੰਹ ਨਾਲ ਤੇ ਕਹਿ ਦਿੰਦੇ ਆ ਮੇਰੀ ਉਮਰ ਤੈਨੂੰ ਲੱਗ ਜਾਵੇ, ਪਰ ਜੇ ਉਹਨੂੰ ਇਹ ਕਿਹਾ ਜਾਵੇ ਵੀ ਚੱਲ ਤੇਰੀ ਉਮਰ ਹੁਣ ਮੈਨੂੰ ਲੱਗ ਗਈ, ਤੇਰੀ ਅੱਜ ਉਮਰ ਤੋਂ ਤੇਰੀ ਤੋਂ ਉਮਰ ਅੱਜ ਤੋਂ ਖਤਮ ਹੋ ਗਈ ਹੈ ਬਈ, ਤੂੰ ਤੇ ਚੱਲ ਹੁਣ ਸਿੱਖਾ 'ਚ ਤੈਨੂੰ ਛੱਡਣਾ, ਤੇ ਕਹਿੰਦਾ ਚੱਲ ਮੈਂ ਨਹੀਂ ਇਸ ਗੱਲ ਨੂੰ ਕਬੂਲ ਕਰਦਾ, ਮੈਂ ਨਹੀਂ ਮਰਨਾ ਚਾਹੁੰਦਾ, ਮੈਨੂੰ ਅਜੇ ਹੋਰ ਕੁਝ ਵੇਖਣਾ ਹੈ, ਮੈਂ ਨਹੀਂ ਰਹਿਣਾ, ਮੈਂ ਸੰਸਾਰ ਤੇ ਰਹਿਣਾ ਹੈ। ਜਿਹਦੀ ਆਈ ਸੀ ਵਾਰੀ ਹੋ ਜਾਵੇ ਮੈਂ ਕਿਉਂ ਜਾਵਾਂ, ਭਾਵੇਂ ਕਿੰਨਾ ਵੀ ਕਿਉਂ ਨਾ ਪਿਆਰ ਹੋ। ਹੁਣ ਮੇਰੇ ਪਾਸ਼ਾ ਜੀ ਕਹਿੰਦੇ ਨੇ ਤੇ ਧੱਕੇ ਦੀ ਗੱਲ ਹੈਗੀ ਹੈ, ਇਹ ਤੇ ਵੇਖਾ ਵਿਖਾਈ ਹੈ ਵੀ ਚੁੱਕ ਕੇ ਸੁੱਟ ਦੇਣਾ, ਉਹਦਾ ਤੇ ਮਨ ਕਰਦਾ ਹੀ ਨਹੀਂ ਹੈ ਮੈਂ ਸੜਨ ਨੂੰ ਪਤੀ ਦੇ ਨਾਲ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਇਹ ਸਤੀ ਵਾਲੀ ਗੱਲ ਨਹੀਂ ਹੈ, ਤੇ ਧੱਕੇ ਵਾਲੀ ਗੱਲ ਹੈ, ਚੁੱਕ ਕੇ ਉਹਨੂੰ ਸੱਟ ਦਿੱਤਾ। ਜੇ ਉਹ ਆਪਣੇ ਆਪ ਬਹਿ ਗਈ ਵੇਖਾ ਵਿਖਾਈ ਤੇ ਠੀਕ ਹੈ, ਤੇ ਜੇ ਨਹੀਂ ਬੈਠੀ ਤੇ ਲੋਕਾਂ ਨੇ ਚੁੱਕ ਕੇ ਸੁੱਟ ਦਿੰਦੇ ਸਨ, ਧੱਕੇ ਨਾਲ ਸਾੜ ਦਿੰਦੇ ਸਨ। ਇਹ ਤੇ ਜ਼ੁਲਮ ਹੋ ਗਿਆ ਨਾ ਫਿਰ। ਤੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਤੇ ਜ਼ੁਲਮ ਹੋ ਗਿਆ, ਧੱਕਾ ਜਿਹੜਾ ਹੈ ਉਹ ਜ਼ੁਲਮ ਹੈ, ਤੇ ਜ਼ੁਲਮ ਕਰਨਾ ਠੀਕ ਨਹੀਂ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਸਤੀਆਂ ਸਈ ਨਾਨਕਾ ਜੇ ਬਿਰਹਾ ਚੋਟ ਮਰਨ। ਸਤੀ ਤੇ ਉਹ ਹੈ ਜਿਹੜਾ ਜਿਹੜੀ ਆਪਣੇ ਪਤੀ ਦੇ ਵਿਛੋੜੇ ਦੀ ਚੋਟ ਦੇ ਨਾਲ ਹੀ ਮਰ ਜਾਏ, ਉਹ ਹੈ ਸਤੀ। ਸਤੀ ਤੇ ਉਹਨੂੰ ਕਿਹਾ ਜਾ ਸਕਦਾ ਹੈ ਜਿਹੜੇ ਆਪਣੇ ਪਤੀ ਦੇ ਵਿਛੋੜੇ ਦੀ ਸੱਟ ਹੀ ਨਾ ਸਹਿਣ ਕਰੇ ਤੇ ਉਹਦੇ ਨਾਲ ਹੀ ਉਹਦੇ ਪ੍ਰਾਣ ਨਿਕਲ ਜਾਣ। ਸਤੀ ਜੇ ਕਹੀਏ ਤੇ ਉਹ ਹੋ ਸਕਦੀ ਹੈ। ਬਿਰਹਾ ਦੀ ਚੋਟ, ਵਿਛੋੜੇ ਦੀ ਸੱਟ ਉਹ ਨਾ ਸਹਿਣ ਕਰੇ ਤੇ ਉਹ ਸਤੀ ਹੈ। ਪਰ ਜਿਹੜਾ ਤੁਸੀਂ ਧੱਕੇ ਨਾਲ ਚੁੱਕ ਕੇ ਅੱਗ ਵਿੱਚ ਛੱਡ ਦਿੰਦੇ ਹੋ, ਇਹ ਸਤੀ ਨਹੀਂ ਹੈ, ਇਹ ਤੇ ਤੁਸੀਂ ਜ਼ੁਲਮ ਕਰਦੇ ਹੋ, ਧੱਕਾ ਕਰਦੇ ਹੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੀ ਕਹਿ ਰਹੇ ਨੇ ਅੱਜ ਲੜੀਵਾਰ ਸ਼ਬਦ ਦੀ ਵਿਚਾਰ ਵਿੱਚ? ਭਾਸ਼ਾ ਕਹਿ ਰਹੇ ਨੇ ਜਲੈ ਨਾ ਪਾਈਐ, ਜਲੈ ਨਾ ਪਾਈਐ ਸੜ ਕੇ ਪਰਮਾਤਮਾ ਦੀ ਉਸ ਪਤੀ ਦੀ ਖਾਤਰ ਤੂੰ ਆਪਣੇ ਆਪ ਸਰੀਰ ਤੇ ਸੜ ਲਿਆ, ਸਾੜ ਲਿਆ, ਪਰ ਉਹਦਾ ਮਿਲਾਪ ਨਹੀਂ ਹੈ। ਕਹਿੰਦੇ ਨੇ ਨਾ ਵੀ ਜੇ ਤੂੰ ਨਾਲ ਹੀ ਸੜ ਜਾਏਂਗੀ ਤੇ ਤੈਨੂੰ ਉਹਦਾ ਪਤੀ ਦਾ ਮਿਲਾਪ ਹੋ ਜਾਏਗਾ। ਨਾ ਜੀ, ਮਿਲਾਪ ਨਹੀਂ ਹੈ। ਸੱਤੀ ਰੰਨੀ ਘਰੇ ਸਿਆਪਾ, ਰੋਵੜ ਰੋਵਨ ਕੋੜੀ ਕੰਮੀ, ਜੋ ਲੇਵੈ ਸੋ ਦੇਵੈ ਨਾਹੀ। ਸੱਤੀ ਰੰਨੀ ਘਰੇ ਸਿਆਪਾ। ਹੁਣ ਪਤੀ ਨਾਲ ਪਿਆਰ ਵੇਖਿਆ ਜੇ ਕਿਹੋ ਜਿਹਾ ਹੁੰਦਾ ਹੈ ਪਤਨੀ ਦਾ। ਪਤੀ ਤੇ ਆਇਆ ਨਾਈਟ ਸ਼ਿਫਟ ਲਾ ਕੇ ਸਾਰੀ ਰਾਤ ਕੰਮ ਕਰਕੇ, ਹੈ ਨਾ ਜੀ, ਤੇ ਪਤਨੀ ਦਾ ਪਿਆਰ ਹੈ ਪਤੀ ਨਾਲ। ਉਹ ਸਾਰੀ ਰਾਤ 12 ਘੰਟਾ ਕੰਮ ਕਰਕੇ ਆਇਆ, ਸਵੇਰਾ ਦਿਨ ਚੜਿਆ ਜਾ ਆ ਗਿਆ। ਤੇ ਹੁਣ ਤੇ ਸਾਡੇ ਕੋਲ ਸਿਲੰਡਰ ਆਦਿਕ ਨੇ, ਪਹਿਲਾਂ ਲੱਕੜਾਂ ਬਾਲਦੇ ਸਨ, ਉਦੋਂ ਬਾਅਦ ਵਿੱਚ ਫਿਰ ਕੰਮ ਚੱਲਿਆ ਸਟੋਪ ਦਾ। ਸਟੋਪ ਹੁੰਦਾ ਸੀ, ਉਹਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਪੰਪ ਜਿਹਾ ਮਾਰਿਆ ਜਾਂਦਾ ਸੀ ਤੇ ਅੱਗ ਨਿਕਲਦੀ ਸੀ ਤੇ ਉਹਦੇ ਤੇ ਲੰਗਰ ਪਾਣੀ ਬਣਾਉਣਾ। ਫਿਰ ਉਹ ਚੱਲ ਪਿਆ। ਇੱਕ ਪਤੀ ਜਿਹੜਾ ਹੈ ਸਾਰੀ ਰਾਤ ਕੰਮ ਕਰਕੇ ਆਇਆ, ਨਾਈਟ ਸ਼ਿਫਟ ਲਾ ਕੇ ਆਇਆ, ਉਹ ਆ ਕੇ ਘਰ ਸੁੱਤਾ ਹੈ ਤੇ ਜਿਹੜੇ ਘਰ ਵਾਲੇ ਆ ਉਹਨੇ ਸਟੋਪ ਚਲਾਉਣਾ ਸ਼ੁਰੂ ਕਰ ਦਿੱਤਾ। ਸ਼ੁਰ ਸ਼ੁਰ ਦੀ ਆਵਾਜ਼ ਆਉਂਦੀ ਹੈ, ਪੰਪ ਮਾਰਦੀ ਹੈ ਤੇ ਕੱਟ ਦੀ ਆਵਾਜ਼ ਆਉਂਦੀ ਹੈ। ਕਹਿੰਦਾ ਭਲੀਏ ਲੋਕੇ ਮੈਨੂੰ ਘੜੀ ਸੌਂ ਲੈਣ ਦੇ, ਆਰਾਮ ਕਰ ਲੈਣ ਦੇ, ਮੈਂ ਸਾਰੀ ਰਾਤ ਕੰਮ ਕਰਕੇ ਆਇਆ। ਉਸ ਵੇਲੇ ਬੰਦ ਕਰ ਦਿੱਤਾ। ਥੋੜੀ ਦੇਰ ਸੁੱਤਾ ਤੇ ਅੱਖ ਲੱਗੀ ਤੇ ਫਿਰ ਉਹੀ ਗੱਲ, ਥੋੜੀ ਦੇਰ ਫਿਰ ਸੁੱਤਾ ਤੇ ਫਿਰ ਉਹੀ ਗੱਲ। ਤੇ ਉਹਨੇ ਕਿਹਾ ਭਲੀਏ ਮੈਨੂੰ ਸੌ ਲੈਣ ਦੇ, ਤੂੰ ਵਾਰ-ਵਾਰ ਮੈਂ ਤੈਨੂੰ ਕਹਿੰਦਾ ਤੂੰ ਕਿਉਂ ਨਹੀਂ ਆਖਾਂ ਮੰਨਦੀ? ਤੇ ਪਤਾ ਕੋ ਕੀ ਆਖਦੀ ਹੈ? ਮੈਂ ਤੇਰਾ ਹੀ ਤੇ ਸਿਆਪਾ ਕਰਨੀ ਪਈ। ਤੇ ਸਿਆਪਾ ਪਤਾ ਕਿਹਨੂੰ ਕਹਿੰਦੇ ਨੇ? ਜਦੋਂ ਦੁਹੱਥੜਾ, ਜਦੋਂ ਕੋਈ ਪ੍ਰਾਣੀ ਚਲੇ ਜਾਂਦਾ ਹੈ, ਉਹ ਆਪਣੇ ਪ੍ਰਾਣੀ ਚਲੇ ਗਿਆ, ਪ੍ਰਾਣ ਨਿਕਲ ਗਏ, ਤੇ ਉਹਦੇ ਜਾਣ ਦੇ ਬਾਅਦ ਵਿੱਚ ਇਸਤਰੀ ਜਦੋਂ ਆਪਣੇ ਪੱਟਾਂ ਤੇ ਹੱਥ ਮਾਰਦੀ ਹੈ, ਦੁਹੱਥੜਾ ਮਾਰਦੀ ਹੈ, ਉਹਨੂੰ ਸਿਆਪਾ ਆਖਦੇ ਨੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਸੱਤੀ ਰੰਨੀ ਘਰੇ ਸਿਆਪਾ। ਇਹ ਸਿਆਪਾ ਕਿਉਂ ਕਿਹਾ?
ਕਹਿਣ ਲੱਗੀ ਜੇ ਵਰਤ ਰੱਖਿਆ ਹੈ ਨਾ, ਮੈਂ ਤੇਰੀ ਲੰਮੀ ਉਮਰ ਦਾ ਵਰਤ ਰੱਖਣ ਡਿਆ, ਤੇ ਖਾਣਾ ਤੇ ਉਹਨੇ ਆਪ ਵਧੀਆ ਅੰਮ੍ਰਿਤ ਵੇਲੇ ਸਵੇਰੇ ਬਣਾ ਕੇ ਖਾ ਲੈਣਾ ਹੁੰਦਾ ਹੈ, ਸ਼ਾਮ ਤੱਕ ਸ਼ਾਮ ਨੂੰ ਫਿਰ ਖਾ ਲੈਣਾ ਹੈ। ਫਿਰ ਵਰਤ ਰੱਖਿਆ ਹੈ ਤੇ ਆਪਣੇ ਪਤੀ ਨੂੰ ਕਹਿ ਰਹੀ ਹੈ ਮੈਂ ਤੇਰਾ ਸਿਆਪਾ ਕਰਨੀ ਪਈ ਆ। ਵੇਖੋ ਕਿੰਨਾ ਪਿਆਰ ਹੈ। ਤੇ ਸੜ ਕੇ ਜੇ ਸੁਆਹ ਹੋ ਗਈ ਤੇ ਮਿਲਾਪ ਇਹਦਾ ਹੋਏਗਾ, ਜਿਵਦੇ ਜੀ ਨਹੀਂ ਜੇ ਹੋਇਆ ਤੇ। ਜੇ ਨਾਲ ਉਹਨੂੰ ਸਾੜ ਕੇ ਸੁਆਹ ਕਰ ਦਿੱਤਾ ਤੇ ਫਿਰ ਮਿਲਾਪ ਹੋ ਜਾਏਗਾ, ਉਹਦਾ ਤੇ ਜਿਵਦੇ ਜੀ ਨਹੀਂ ਹੈ, ਉਹ ਤੇ ਜਿਵਦੇ ਜੀ ਸਿਆਪਾ ਕਰਦੀ ਪਈ ਹੈ। ਕਿਆ ਸੱਤੀ ਰੰਨੀ ਘਰੇ ਸਿਆਪਾ, ਇਹ ਘਰ ਘਰ ਸਿਆਪਾ ਪਿਆ ਹੈ। ਇਸ ਨੂੰ ਇਸਤਰੀ ਬਣਾ ਲਓ, ਹੁਣ ਆਪਣਾ ਸਰੀਰ ਨੂੰ ਇਸਤਰੀ ਬਣਾ ਲਓ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਸੱਤੀ ਰੰਨੀ ਘਰੇ ਸਿਆਪਾ। ਰੰਨਾਂ ਕਿਹੜੀਆਂ ਨੇ? ਰੰਨ, ਦੋ ਅੱਖਾਂ, ਦੋ ਕੰਨ, ਨਾਸਕਾਂ, ਮੂੰਹ, ਕਾਮ ਇੰਦਰੀ। ਮੇਰੇ ਪਾਸ਼ਾ ਕਹਿੰਦੇ ਨੇ ਗਿਣ ਲਿਆ 7 ਹੋ ਗਏ ਨਾ। ਦੋ ਕੰਨ, ਦੋ ਅੱਖਾਂ, ਮੂੰਹ ਤੇ ਨਾਸਕਾਂ ਤੇ ਕਾਮ। ਇਹ ਜਿਹੜੀਆਂ ਇਸਤਰੀਆਂ ਨੇ, ਇਹ ਜਿਹੜੀਆਂ ਨੇ ਇਹ ਤੇ ਘਰ ਘਰ ਸਿਆਪਾ ਪਾਇਆ ਏ। ਘਰ ਘਰ ਇਹਨਾਂ ਨੇ ਦੁਖੀ ਕੀਤਾ ਹੋਇਆ ਏ। ਅੱਖਾਂ ਵੀ ਦੁਖੀ ਕਰਦੀਆਂ ਨੇ, ਕੰਨ ਵੀ ਦੁਖੀ ਕਰਦੇ ਨੇ, ਨਾਸਕਾਂ ਵੀ ਦੁਖੀ ਕਰਦੇ ਨੇ, ਵਿਕਾਰ ਇੰਦਰੀ ਵੀ ਦੁਖੀ ਕਰਦੀ ਹੈ। ਇਹ ਤੇ ਸੱਤੀ ਰੰਨੀ ਘਰੇ ਸਿਆਪਾ, ਇਹ ਤੇ ਹਰ ਸਮੇਂ ਸਿਆਪਾ ਹੁੰਦਾ ਰਹਿੰਦਾ ਹੈ। ਰੋਵਨ ਕੋੜੀ ਕੰਮੀ, ਇਹ ਤੇ ਕੂੜ ਹੈ, ਸਿਰਫ ਝੂਠ ਹੈ, ਮਿਲਾਪ ਨਹੀਂ ਹੈ। ਮਿਲਾਪ ਕਿਵੇਂ ਹੋਣਾ ਹੈ? ਸੜ ਕੇ ਮਿਲਾਪ ਨਹੀਂ ਹੁੰਦਾ ਹੈ ਜੀ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਲੈ ਨਾ ਪਾਈਐ, ਸੜ ਕੇ ਮਿਲਾਪ ਨਹੀਂ ਹੋਣਾ। ਪਤੀ ਦਾ ਮਿਲਾਪ ਨਹੀਂ ਹੋ ਸਕਦਾ। ਇੱਥੇ ਕਹਿ ਲੋ ਪਤੀ ਪਰਮਾਤਮਾ, ਜੇ 12 ਧੂਣੀਆਂ ਦਿਖਾ ਲਈਏ, ਸਿਰ 'ਚ ਸਵਾਹ ਪਾ ਲਈਏ, ਸਰੀਰ ਨੂੰ ਸਾੜ ਲਈਏ ਤੇ ਕਹੀਏ ਵੀ ਆਹ ਤੇ ਬੜਾ, ਅਸੀਂ ਵੇਖੋ ਜਿਹਨੇ ਸਰੀਰ ਨੂੰ ਸਾੜਿਆ ਹੋਵੇ ਨਾ, 12 ਧੂਣੀਆਂ ਦਿਖਾਈਆਂ ਹੋਣ, ਸਿਰ 'ਚ ਸਵਾਹ ਪਾ ਕੇ ਲੰਮੀਆਂ ਜੜਾਵਾਂ ਬਣਾਈਆਂ ਹੋਣ, ਚਿਮਟਾ ਗੱਡਿਆ ਹੋਵੇ, ਕਹਿਰ ਦੀ ਧੁੱਪ ਪੈਂਦੀ ਹੋਵੇ ਤੇ ਫਿਰ ਉਹ ਧੁੱਪੇ ਬੈਠਾ ਹੋਵੇ ਤੇ ਫਿਰ ਅਸੀਂ ਕਹਿੰਦੇ ਆ ਵੀ ਵਾਹ ਵੀ ਵਾਹ, ਇਹ ਤੇ ਰੱਬ ਨੂੰ ਮਿਲਿਆ ਹੋਇਆ, ਆਹ ਤੇ ਬੜਾ ਬੰਦਗੀ ਕਰਨ ਵਾਲਾ। ਰੱਬ ਨੂੰ ਤੇ ਸਿੱਧੀ, ਇਹਦੀ ਤੇ ਗੱਲ ਰੱਬ ਨਾਲ ਸਿੱਧੀ ਹੋਣੀ ਹੈ ਨਾ। ਇਹ ਤੇ ਕੁਝ ਖਾਂਦਾ ਵੀ ਨਹੀਂ ਹੈ, ਇਹ ਤੇ ਨਿਰਾ ਦੁੱਧ ਹੀ ਪੀਂਦਾ ਹੈ। ਤੇ ਇਹਨੇ ਵੇਖ ਕਿਵੇਂ ਸਰੀਰ ਨੰਗਾ ਰੱਖਿਆ ਹੋਇਆ ਹੈ। ਇਹ ਕਹਿਰ ਦੀ ਧੁੱਪ ਪੈ ਰਹੀ ਹੈ, ਇਹ ਤੇ ਰੱਬ ਨੂੰ ਮਿਲਿਆ ਹੋਇਆ। ਸਾਡੇ ਮਨ ਦੇ ਵਿੱਚ ਇਹੀ ਆਉਂਦਾ ਹੈ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ। ਇਹ ਤਨ ਨੂੰ ਐਵੇਂ ਕਿਉਂ ਸਾੜੀ ਜਾ ਰਿਹਾ ਹੈ? ਤਨ ਦਾ ਕੀ ਕਸੂਰ ਹੈ? ਤਨ ਤੇ ਤੇਰਾ ਸਾਧਨ ਹੈ, ਤਨ ਤੇਰਾ ਸਾਧਨ ਹੈ। ਗੱਲ ਤੇ ਮਨ ਦੀ ਹੈ, ਮਨ ਨਾਲ ਮਿਲਣਾ ਸੀ, ਮਨ ਕਰਕੇ ਰੱਬ ਨਾਲ ਮਿਲਣਾ ਹੈ। ਇਹਨੂੰ ਤਨ ਨੂੰ ਐਵੇਂ ਕਿਉਂ ਖਰਾਬ ਕਰੀ ਜਾਣਾ? ਤਨ ਤੇ ਰੱਬ ਨੇ ਤੈਨੂੰ ਇੱਕ ਸਾਧਨ ਦਿੱਤਾ। ਇੱਕ ਤੇ ਸਾਧਨ ਜਿਹੜਾ ਸਿਆਣਾ ਹੈ ਉਹਨੂੰ ਸਵਾਰਦਾ ਹੈ, ਸਾਧਨ ਨੂੰ ਖਰਾਬ ਨਹੀਂ ਕਰਦਾ। ਸਾਧਨ ਨੂੰ ਸਵਾਰ ਕੇ ਰੱਖੇਗਾ ਤੇ ਸਾਧਨ ਮੰਜ਼ਿਲ ਤੱਕ ਲਿਜਾ ਸਕਦਾ ਹੈ। ਜੇ ਸਾਧਨ ਖਰਾਬ ਹੋ ਗਿਆ, ਗੱਡੀ ਸਾਡੀ ਸਾਧਨ ਹੀ ਹੈ, ਖਰਾਬ ਹੋ ਗਈ ਤੇ ਮੰਜ਼ਿਲ ਤੇ ਨਹੀਂ ਲਿਜਾਏਗੀ। ਜੇ ਬੰਦਿਆ ਤੂੰ ਇਹ ਸਾਧਨ ਨੂੰ ਖਰਾਬ ਕਰ ਲਿਆ, ਭੁੱਖ ਰੱਖ ਕੇ ਡੈਮੇਜ ਕਰ ਲਿਆ, ਪਾਣੀ ਵਿੱਚ ਰੱਖ ਕੇ ਠੰਡੇ 'ਚ ਇਹਨੂੰ ਗਾਲ ਲਿਆ, ਧੁੱਪ ਦੇ ਨਾਲ ਇਹਨੂੰ ਸਾੜ ਲਿਆ, ਇਹ ਖਰਾਬ ਹੋ ਜਾਏਗਾ। ਇਹ ਰੱਬ ਤੱਕ ਨਹੀਂ ਤੈਨੂੰ ਪਹੁੰਚਾਏਗਾ। ਇਹ ਸਾਧਨ ਹੈ, ਇਹਨੂੰ ਸਵਾਰ ਕੇ ਰੱਖ। ਜੇ ਮਿਲਾਪ ਤੇ ਮਨ ਦਾ ਹੋਣਾ ਹੈ, ਸੁਰਤ ਦਾ ਮਿਲਾਪ ਹੋਣਾ ਹੈ। ਸ਼ਬਦ ਤੇ ਸੁਰਤ ਦਾ ਮਿਲਾਪ ਹੁੰਦਾ ਹੈ। ਸ਼ਬਦ ਨੂੰ ਖਸਮ ਬਣਾ ਲੈ ਤੇ ਸੁਰਤ ਨੂੰ ਇਸਤਰੀ ਬਣਾ ਲੈ। ਜੇ ਤੂੰ ਉਸ ਨੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ, ਇਹ ਸਾਧਨ ਨੂੰ ਨਾ ਖਰਾਬ ਕਰ। ਬਾਦਸ਼ਾਹ ਮੇਰੇ ਕਹਿੰਦੇ ਨੇ ਜਤੀ ਸਦਾਵੈ ਜੁਗਤ ਨਾ ਜਾਣੈ। ਜਤੀ ਤੇ ਸਤੀ ਦੀ ਗੱਲ ਚੱਲ ਰਹੀ ਹੈ। ਬੰਦਿਆ ਤੂੰ ਆਪਣੇ ਆਪ ਨੂੰ ਜਤੀ ਤੇ ਸਦਾਉਂਦਾ ਹੈ, ਪਰ ਜਤੀ ਦੀ ਪਰਿਭਾਸ਼ਾ ਨੂੰ ਨਹੀਂ ਜਾਣਦਾ ਵੀ ਜਤੀ ਆਖਦੇ ਕਿਸ ਨੂੰ ਨੇ। ਅਬ ਜੇ ਜਤੀ ਸੁਨੋ ਜੇ ਕਾਨਾ, ਲਛਮਣ ਗੋਰਖ ਅਰ ਹਰ ਮਾਨਾ, ਭੀਸ਼ਮ ਭੈਰਵ ਦੱਤ ਪਛਾਨਾ। ਸੁਣੋ ਜਤੀ, 6 ਜਤੀ ਮੰਨੇ ਗਏ ਨੇ, ਲਛਮਣ, ਗੋਰਖ ਅਤੇ ਹਨੂਮਾਨ, ਭੀਸ਼ਮ, ਭੈਰਵ ਤੇ ਦੱਤਾਤਰੇय। ਤੇ ਉਦੋਂ ਜਤੀ ਉਹਨੂੰ ਕਹਿੰਦੇ ਸਨ ਬਈ ਜਿਹੜਾ ਵਿਆਹ ਚੜਾ ਨਿਕਾਹ, ਜਿਹਨੂੰ ਅਸੀਂ ਗੁਰਮਤ ਵਿੱਚ ਆਨੰਦ ਕਾਰਜ ਕਹਿੰਦੇ ਆ, ਉਹ ਨਾ ਕਰਾਏ ਤੇ ਉਹ ਜਤੀ ਹੈ। ਉਹ ਜਤੀ ਹੈ। ਜਿਹੜਾ ਵਿਆਹ ਚੜਾ ਨਹੀਂ ਕਰਾਉਂਦਾ ਉਹਨੂੰ ਜਤੀ ਕਿਹਾ ਗਿਆ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਜਤੀ ਨਹੀਂ ਹੈ।
ਜਤੀ ਅਖਵਾਰਿਆ ਹੈ ਪਰ ਯਤਨ ਨਹੀਂ ਕੀਤਾ। ਯਤਨ ਤੇ ਜਤੀ ਉਹ ਹੈ ਜਿਹੜਾ ਯਤ ਸੱਤ ਜਿਹਨੂੰ ਕਹਿੰਦੇ ਆ ਯਤ ਰੱਖਣਾ। ਯਤ ਤੋਂ ਭਾਵ ਹੈ ਯਤਨ ਕਰਨਾ, ਨੇਤਰਾਂ ਨਾਲ ਮਾੜਾ ਨਹੀਂ ਵੇਖਣਾ। ਹੁਣ ਵਿਆਹ ਤੇ ਨਹੀਂ ਦੁਨੀਆ ਦੇ ਆਖਿਆਂ ਕਰਵਾਇਆ ਵਾਹ ਖੱਟਣ ਵਾਸਤੇ, ਪਰ ਮਨ ਤੇ ਕਾਬੂ ਨਹੀਂ। ਮਨ ਕਰਕੇ ਤੇ ਵਿਕਾਰ ਭੋਗ ਹੀ ਰਿਹਾ ਹੈ ਨਾ, ਮਨ ਵਿੱਚ ਤੇ ਫੁਰਨੇ ਫੋਰ ਹੀ ਰਹੇ ਨੇ ਨਾ, ਮਨ ਵਿੱਚ ਤੇ ਖਿਆਲ ਉੱਠ ਹੀ ਰਹੇ ਨੇ ਨਾ। ਮੈਂ ਸੰਸਾਰ ਛੱਡੀ ਬੈਠਾ, ਧੀਆਂ ਪੁੱਤਰਾਂ ਨੂੰ ਛੱਡ ਆਇਆ ਵਾਂ, ਪਰਿਵਾਰ ਲੋਕੀ ਖਰੇ ਕੀ ਆਨੰਦ ਵੇਖਿਆ ਨਾ ਕਈਆਂ ਦਾ, ਆਪਾਂ ਚੈਨਲਾਂ ਦੇ ਰਾਹੀਂ ਵੇਖਨੇ ਆ, ਬਾਹਰ ਕੁਝ ਹੋਰ ਹੈ ਤੇ ਅੰਦਰ ਕੁਝ ਹੋਰ ਹੈ। ਜਦੋਂ ਪ੍ਰਗਟ ਹੁੰਦਾ ਹੈ ਤੇ ਕਹਿੰਦੇ ਨੇ ਲੈ ਬਈ ਤੇ ਗੱਲ ਹੀ ਅਸੀਂ ਤੇ ਇਹਨੂੰ ਰੱਬ ਮੰਨੀ ਬੈਠੇ ਸੀ। ਹੁਣ ਗੁਰੂ ਸਾਹਿਬ ਜੀ ਨੇ ਕਿਹਾ ਨਾ, ਯਤਨ ਤੇ ਕਰਨਾ ਸੀ ਇੰਦਰੀਆਂ ਨੂੰ ਕਾਬੂ ਕਰਨ ਦਾ। ਅੱਖਾਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਨੂੰ ਕਾਬੂ ਕਰਨਾ ਸੀ, ਇਹ ਤੇ ਰਜੀਆਂ ਹੀ ਨਹੀਂ। ਕੰਨ ਸੁਣਨ ਤੋਂ ਤੇ ਹਟੇ ਹੀ ਨਹੀਂ। ਜਤੀ ਸਦਾਵੈ ਜੁਗਤ ਨਾ ਜਾਣੈ। ਮੇਰੇ ਪਾਸ਼ਾ ਜੀ ਕਹਿੰਦੇ ਨੇ ਗ੍ਰਹਿ ਤਜ ਬਨ ਖੰਡ ਜਾਈਐ, ਚੁੰਨ ਖਾਈਐ ਕੰਦਾ। ਗ੍ਰਹਿ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ ਤੇ ਗਾਜਰਾਂ ਮੂਲੀਆਂ ਪੱਤੇ ਆਦਿਕ ਖਾਣੇ ਸ਼ੁਰੂ ਕਰ ਦਿੱਤੇ, ਪਰਿਵਾਰ ਨੂੰ ਛੱਡ ਦਿੱਤਾ। ਗ੍ਰਹਿ ਤਜ ਛੱਡ ਦਿੱਤਾ, ਬਨ ਜੰਗਲ ਵਿੱਚ ਆ ਗਏ। ਗ੍ਰਹਿ ਤਜ ਬਨ ਖੰਡ ਜਾਈਐ, ਚੁੰਨ ਖਾਈਐ ਕੰਦਾ। ਫਿਰ ਜੀ ਅਜੋਂ ਬੇਕਾਰ ਨਾ ਛੋੜਈ, ਪਾਪੀ ਮਨ ਮੰਦਾ। ਇਹ ਮਨ ਮੰਦੇ ਮਨ ਨੇ, ਪਾਪੀ ਨੇ ਵਿਕਾਰ ਤਾਂ ਫਿਰ ਨਾ ਛੱਡੇ, ਸੰਸਾਰ ਨੂੰ ਤੇ ਫਿਰ ਨਾ ਛੱਡਿਆ, ਪਰ ਸੰਸਾਰ ਨੂੰ ਤਨ ਕਰਕੇ ਛੱਡ ਬੈਠਾ, ਮਨ ਕਰਕੇ ਫਿਰ ਉੱਥੇ ਹੀ ਖੁੱਬਿਆ ਰਹਿ ਗਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਕੋਈ ਜਤੀ ਦੀ ਪਰਿਭਾਸ਼ਾ ਨਹੀਂ ਹੈ। ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ, ਐਵੇਂ ਘਰ ਬਾਰ ਛੱਡੀ ਬੈਠਾ ਹੈ। ਜਤੀ ਤੇ ਉਹ ਹੈ ਜਿਹੜਾ ਯਤਨ ਕਰਦਾ ਹੈ, ਇਹਨਾਂ ਨੇਤਰਾਂ ਨਾਲ ਮਾੜਾ ਨਾ ਵੇਖੇ। ਜਤੀ ਉਹ ਹੈ ਜਿਹੜਾ ਕੰਨਾਂ ਨਾਲ ਮਾੜਾ ਨਾ ਸੁਣੇ। ਜਤੀ ਉਹ ਹੈ ਜਿਹੜਾ ਹੱਥਾਂ ਨਾਲ ਮਾੜਾ ਨਾ ਕਰੇ। ਯਤਨ ਕਰਨਾ ਹੈ, ਜਤੀ ਬਣਨਾ ਹੈ ਤੇ ਯਤਨ ਕਰ। ਤੇਰੇ ਮਾੜੇ, ਤੇਰੇ ਅੰਦਰ ਮਾੜੇ ਫੁਰਨੇ ਨਾ ਆਉਣ। ਜਿਵੇਂ ਭਾਈ ਨੰਦ ਲਾਲ ਜੀ ਨੇ ਕਿਹਾ ਹੈ, ਪਰ बेटी को बेटी जानै, पर स्त्री को मात बखानै। आपन स्त्री जो रत होई, रहतवान गुरु का सिख सोई। पर बेटी को जती है। मेरे पातशाह कहते ने पर ਬੱਚੀ ਨੂੰ, ਬੇਟੀ ਨੂੰ, ਦੂਸਰੇ ਦੀ ਨੂੰ ਆਪਣੀ ਬੇਟੀ ਜਾਣ, ਆਪਣੀ ਇਸਤਰੀ ਤੋਂ ਇਲਾਵਾ ਦੂਸਰੇ ਦੀ ਨੂੰ ਭੈਣ ਵੇਖ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਵੇਖ ਜ਼ਰੂਰ, ਆਪਣੀ ਇਸਤਰੀ ਤੋਂ ਇਲਾਵਾ ਦੂਸਰੀ ਨੂੰ ਵੇਖ, ਬਰਾਬਰ ਦੀ ਹੈ, ਭੈਣ ਹੈ ਵੱਡੀ ਤੇ ਮਾਂ ਛੋਟੀ ਹੈ ਤੇ ਧੀ। ਆਹ ਹੈ ਜਤੀ ਦੀ ਪਰਿਭਾਸ਼ਾ। ਆਪਨ ਇਸਤਰੀ ਸੋ ਰਤ ਹੋਈ, ਰਹਿਤਵਾਨ ਗੁਰੂ ਕਾ ਸਿੱਖ ਸੋਈ। ਉਹ ਪਾਤਸ਼ਾਹ ਤੇ ਕਹਿੰਦੇ ਨੇ ਜਿਹੜਾ ਗੁਰੂ ਦਾ ਸਿੱਖ ਹੈ ਨਾ, ਜਿਹੜਾ ਇਹਨਾਂ ਗੱਲਾਂ ਤੇ ਪਹਿਰਾ ਦਿੰਦਾ ਹੈ, ਮੇਰੇ ਤੇ ਸਿੱਖ ਸਾਰੇ ਹੀ ਜਤੀ ਨੇ, ਕੋਈ ਹੈ ਹੀ ਨਹੀਂ। ਮੇਰੇ ਸਿੱਖ ਜਿੰਨੇ ਵੀ ਨੇ ਨਾ, ਇਹ ਸਾਰੇ ਹੀ ਜਤੀ ਨੇ। ਤੇ ਕਿਵੇਂ ਜਤੀ ਨੇ? ਪੁੰਨ ਸਿੰਘਨ ਪੁੱਛੇ ਗੁਣ ਖਾਨੀ, ਪੁੰਨ ਸਿੰਘਨ ਪੁੱਛੇ ਗੁਣ ਖਾਨੀ। ਬ੍ਰਿੰਦ ਤੁਰਕ ਭੁਗਵੈ ਹੰਦਵਾਨੀ। ਮੈਂ ਜਤੀ ਤੇ ਹੀ ਬੋਲੀ ਜਾ ਰਿਹਾ। ਜਦੋਂ ਜੰਗਾਂ ਯੁੱਧਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੰਗ ਯੁੱਧ ਹੁੰਦੇ ਨੇ ਤੇ ਸਿੰਘਾਂ ਦੇ ਹੱਥ ਦੇ ਵਿੱਚ ਪਠਾਣਾ ਦਾ ਡੋਲਾ ਲੱਗ ਗਿਆ, ਡੋਲਾ ਧਾਰਿਆ ਸੀ ਤੇ ਉਹ ਡੋਲੇ ਨੂੰ ਲੈ ਆਏ ਆਨੰਦਪੁਰ ਦੀ ਧਰਤੀ ਤੇ। ਪਾਤਸ਼ਾਹ ਸ਼ਸ਼ੋਵਤ ਨੇ ਡੋਲਾ ਆ ਗਿਆ, ਪਾਤਸ਼ਾਹ ਦੇ ਸਾਹਮਣੇ ਲਿਆ ਰੱਖਿਆ। ਡੋਲੇ ਦੇ ਜਿਹੜਾ ਬਾਰ-ਬਾਰ ਪਰਦੇ ਲੱਗੇ ਸਨ, ਸਿੰਘਾਂ ਨੇ ਪਰਦਾ ਚੁੱਕ ਕੇ ਨਹੀਂ ਵੇਖਿਆ ਵੀ ਵਿੱਚ ਹੈ ਕੀ ਹੈ। ਡੋਲਾ ਹੱਥ ਲੱਗਾ, ਚੁੱਕ ਲਿਆ, ਪਰ ਵਿੱਚ ਨਹੀਂ ਵੇਖਿਆ ਕੀ ਹੈ। ਜਦੋਂ ਗੁਰੂ ਪਿਤਾ ਕੋਲ ਆਏ ਤੇ ਫਿਰ ਪਿਤਾ ਨੂੰ ਪੁੱਛਿਆ, ਗੁਰੂ ਸਾਹਿਬ ਜੀ ਇਹ ਡੋਲਾ ਸਾਡੇ ਹੱਥ ਲੱਗਿਆ ਹੈ ਦੁਸ਼ਮਣਾਂ ਦਾ। ਪਾਤਸ਼ਾਹ ਨੇ ਵਿੱਚ ਵੇਖੋ ਕੌਣ ਹੈ। ਜੇ ਡੋਲੇ ਦਾ ਜਦੋਂ ਪਰਦਾ ਚੁੱਕਿਆ ਤੇ ਇੱਕ ਬੀਬੀ ਬੈਠੀ ਹੋਈ ਹੈ ਤੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ, ਇਹ ਧੀਏ, ਇਹ ਧੀ ਕਹਿ ਦਿੱਤਾ ਨਾ, ਜਦੋਂ ਇਹ ਧੀ ਨੂੰ ਕਿੱਧਰ ਲੈ ਕੇ ਆਏ ਹੋ?
ਉਸ ਬੀਬੀ ਦੀ ਅੱਖਾਂ ਦੇ ਵਿੱਚੋਂ ਜਲ ਆ ਗਿਆ, ਨੇਤਰਾਂ ਵਿੱਚੋਂ ਹੜ ਆ ਗਿਆ ਵੀ ਸਾਡੇ ਜਿਹੜੇ ਨੇ ਉਹ ਤੇ ਇਹਨਾਂ ਦੀਆਂ ਬਹੁ ਬੱਚੀਆਂ ਦੀਆਂ ਪੱਤਾਂ ਰੋਲਦੇ ਨੇ, ਇੱਜ਼ਤਾਂ ਰੋਲਦੇ ਨੇ, ਪਰ ਗੁਰੂ ਸਾਹਿਬ ਜੀ ਨੇ ਮੈਨੂੰ ਆਪਣੀ ਧੀ ਦੀ ਅੱਖ ਨਾਲ ਵੇਖਿਆ, ਧੀ ਕਹਿ ਕੇ ਵੇਖਿਆ। ਹੁਣ ਸਿੰਘ ਕਹਿੰਦੇ ਨੇ ਪੁੰਨ ਸਿੰਘਨ ਬੂਝੇ ਗੁਣ ਖਾਨੀ, ਇਹ ਗੁਣਾ ਦੀ ਖਾਨ ਸਿੱਖ ਪੁੱਛਣ ਲੱਗੇ ਬ੍ਰਿੰਦ ਤੁਰਕ ਭੁਗਵੈ ਹਿੰਦਵਾਨੀ। ਜਿਹੜੇ ਤੁਰਕ ਨੇ ਇਹ ਹਿੰਦਵਾਨੀਆਂ ਭਾਵ ਇਸ ਹਿੰਦੂ ਧਰਮ ਦੀਆਂ ਬਹੁ ਬੱਚੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਪੱਤਾਂ ਰੋਲਦੇ ਨੇ ਵੀ ਅਸੀਂ ਵੀ ਬਦਲਾ ਲਈਏ। ਪਾਸ਼ਾ ਕਹਿੰਦੇ ਨਾ, ਬ੍ਰਿੰਦ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਨਾ ਆਵੈ, ਕਿਉਂ ਗੁਰ ਸ਼ਾਸਤਰ ਵਰਜ ਹਟਾਵੈ। ਗੁਰੂ ਸਾਹਿਬ ਜੀ ਸਾਨੂੰ ਇਹ ਬਾਣੀ ਕਿਉਂ ਰੋਕਦੀ ਹੈ ਵੀ ਤੁਸੀਂ ਇਹ ਕੰਮ ਨਹੀਂ ਕਰਨਾ? ਤੇ ਪਾਸ਼ਾ ਕਹਿੰਦੇ ਨੇ ਸੁਣ ਬੋਲੇ, ਸੁਣ ਕੇ ਮੇਰੇ ਪਾਸ਼ਾ ਬੋਲੇ ਹਮਲੇ ਜਾਨੋ ਪੰਥ ਉਚੇਰੇ। ਮੈਂ ਜਿਹੜਾ ਇਹ ਖਾਲਸਾ ਪੰਥ ਦੀ ਸਾਜਣਾ ਕੀਤੀ ਹੈ ਮੈਂ ਬਹੁਤ ਉੱਚਾ ਲੈ ਕੇ ਜਾਣਾ ਹੈ। ਹਮ ਲੈ ਜਾਨੋ ਪੰਥ ਉਚੇਰੇ, ਇਸ ਪੰਥ ਦੀ ਮੈਂ ਜਿਹੜੀ ਸਾਜਣਾ ਕੀਤੀ ਹੈ ਮੈਂ ਨਹੀਂ ਅਦੋਗਤ ਵਿਖੇ ਪਹੁੰਚਾਵੇ। ਮੈਂ ਇਸ ਪਾਪ ਦੇ ਵਿੱਚ ਇਹਨਾਂ ਨੂੰ ਨਹੀਂ ਪਾਉਣਾ, ਇਹ ਪਾਪ ਹੈ, ਇਹ ਪਾਪ ਮੈਂ ਇਹਨਾਂ ਨੂੰ ਆਪਣੇ ਸਿੱਖਾਂ ਨੂੰ ਇਸ ਪਾਪ ਕਰਨ ਵਾਸਤੇ ਨਹੀਂ ਦੇਣਾ। ਪਾਪ ਨਹੀਂ, ਪਾਪ ਕਰਨ ਵਾਲੇ ਪਾਸੇ ਨਹੀਂ ਲਾਉਣਾ। ਮੈਂ ਇਸ ਪੰਥ ਨੂੰ ਬੜਾ ਉੱਚਾ ਪਹੁੰਚਾਉਣਾ ਹੈ। ਇਹਨਾਂ ਦਾ ਕਰੈਕਟਰ ਜਿਹੜਾ ਬੜਾ ਉੱਚਾ ਤੇ ਸੁੱਚਾ ਹੋਣਾ ਚਾਹੀਦਾ ਹੈ। ਤੇ ਕਿਆ ਇਸ ਧੀ ਨੂੰ ਜਿੱਥੇ ਮਹਿਫੂਜ਼ ਚਾਵੇ ਉੱਥੇ ਇਹਨੂੰ ਬਾ ਇੱਜ਼ਤ ਛੱਡ ਕੇ ਆਵੋ। ਆ ਹੈ ਸਿੱਖ ਦਾ ਕਰੈਕਟਰ, ਇਹ ਹੈ ਸਿੱਖ ਜਤੀ। ਤੇ ਗੁਰੂ ਮੇਰੇ ਸਾਹਿਬ ਜੀ ਨੇ ਕਿਹਾ ਮੇਰੇ ਜਿੰਨੇ ਵੀ ਸਿੱਖ ਨੇ ਨਾ ਉਹ ਜਤੀ ਨੇ। ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਤੇ ਜਿਹੜਾ ਇਸਤਰੀ ਹੈ ਉਹ ਸਤੀ ਤਾਂ ਹੈ ਜੇ ਬਿਰਹੈ ਚੋਟ ਮਿਰਨ, ਜੇ ਬਿਰਹਾ ਦੇ ਵਿਛੋੜੇ ਦੀ ਚੋਟ ਨਾਲ ਮਰ ਜਾਵੇ। ਮੀਨਸ ਇੱਥੇ ਮੇਲ ਫੀਮੇਲ ਦੋਵਾਂ ਵਾਸਤੇ ਹੈ, ਇੱਕ ਖਸਮ ਇੱਕ ਹੈ, ਇਸਤਰੀਆਂ ਸੀ ਸਾਰੇ ਹੀ। ਖਸਮ ਇੱਕ, ਹੋਰ ਅਸੀਂ ਸਾਰੇ ਹੀ ਇਸਤਰੀਆਂ ਵਾਂ। ਜੇ ਉਸ ਪ੍ਰਮਾਤਮਾ ਦਾ ਵਿਛੋੜਾ ਪਿਆ ਹੈ ਤੇ ਸਾਡੇ ਅੰਦਰ ਇਹ ਪਤਾ ਲੱਗਣਾ ਚਾਹੀਦਾ ਹੈ। ਤੇ ਵਿਛੋੜੇ ਦੇ ਮਿਲਾਪ ਦੇ ਵਿੱਚ ਤਬਦੀਲ ਤਾਂ ਹੋਵੇਗਾ ਜੇ ਸਾਨੂੰ ਇਹ ਸਮਝ ਆ ਜਾਵੇਗੀ ਕਿ ਕਲ ਯੁਗ ਮਹਿ ਮਿਲ ਆਏ ਸੰਜੋਗ। ਇਹ ਸੰਸਾਰ ਦੇ ਵਿੱਚ ਆਏ ਤੋਂ ਭਾਵ ਹੈ ਇਕੱਠੇ ਹੋਏ ਆ, ਸਾਡਾ ਇਹ ਸੰਜੋਗ ਹੈ, ਇਕੱਠੇ ਹੋਏ ਆ, ਸਾਡਾ ਸੰਜੋਗ, ਸੰਜੋਗ ਵਿਜੋਗ ਧੁਰੋਂ ਹੀ ਹੋਆ। ਇਹ ਜਿਹੜੇ ਮੇਲ ਫੀਮੇਲ ਅਸੀਂ ਸੰਸਾਰ ਵਿੱਚ ਇਕੱਠੇ ਹੋਏ ਆ, ਮੇਰੇ ਪਾਤਸ਼ਾਹ ਕਹਿੰਦੇ ਨੇ ਕਲ ਯੁਗ ਮਹਿ ਮਿਲ ਆਏ ਸੰਜੋਗ। ਜਿਚਰ ਆਗਿਆ, ਜਿੰਨਾ ਚਿਰ ਉਸ ਰੱਬ ਦੀ ਆਗਿਆ ਹੈ, ਹੁਕਮ ਹੈ ਨਾ, ਤਿਚਰ ਉਹਨਾਂ ਚਿਰ ਭੋਗ ਹੈ ਭੋਗ। ਫਿਰ ਇਹ ਮੇਲ ਫੀਮੇਲ ਦੋਵੇਂ ਇਕੱਠੇ ਰਹਿੰਦੇ ਨੇ, ਸੰਸਾਰ ਦੇ ਸੁੱਖ ਮਾਣਦੇ ਨੇ। ਇਹ ਸੰਜੋਗ ਰੱਬ ਵੱਲੋਂ ਹੀ ਹੋਇਆ ਹੈ, ਬੰਦਾ ਨਹੀਂ ਬਣਾਉਂਦਾ ਸੰਜੋਗ। ਇਹ ਸੰਜੋਗ ਵਿੱਚ ਜੋਗ ਧੁਰੋਂ ਹੀ ਹੁਆ ਵਾਲੀ ਅਵਸਥਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਕਾਲਯੁਗ ਮਹਿ ਮਿਲ ਆਏ ਸੰਜੋਗ। ਜਿਚਰ ਆਗਿਆ, ਜਿੰਨਾ ਚਿਰ ਉਸ ਪ੍ਰਮਾਤਮਾ ਦੀ ਆਗਿਆ ਹੈ, ਹੁਕਮ ਹੈ, ਉਹਨਾਂ ਚਿਰ ਭੋਗ ਭੋਗਦਾ ਹੈ, ਸੁੱਖ ਮਾਣਦਾ ਹੈ। ਪਰ ਇੱਕ ਗੱਲ ਮੇਰੇ ਸਾਹਿਬ ਜੀ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਨੇ, ਐ ਮਨੁੱਖ ਜਲੈ ਨਾ ਪਾਈਐ ਰਾਮ ਸਨੇਹੀ। ਜੇ ਕਵੇ ਇਸਤਰੀ ਸੜ ਕੇ ਪਤੀ ਦਾ ਮਿਲਾਪ ਹੋ ਜਾਵੇਗਾ, ਪਤੀ ਨਾਲ ਸੜੇ ਤੇ ਫਿਰ ਸਤੀ ਹੋ ਜਾਵੇ, ਫਿਰ ਮਿਲਾਪ ਹੈ। ਮੇਰੇ ਪਾਤਸ਼ਾਹ ਕਹਿੰਦੇ ਨਹੀਂ ਜੀ, ਕਿਰਤ ਸੰਜੋਗ ਸਤੀ ਉੱਠ ਹੋਈ। ਕਿਰਤ ਕਹਿੰਦੇ ਨੇ ਕਰਨਾ, ਕਰਨ ਤੋਂ ਭਾਵ ਹੈ ਕੰਮ। ਹੁਣ ਸੰਜੋਗ ਤੇ ਮਿਲਾਪ ਹੈ, ਵਿਜੋਗ ਵਿਛੋੜਾ ਹੈ। ਕਿਰਤ ਤੋਂ ਭਾਵ ਹੈ ਕਰਨ ਲਈ, ਲੋਕ ਵਾਵਾ ਖੱਟਣ ਦੇ ਲਈ ਸਤੀ ਉੱਠ ਹੋਈ। ਇਸਤਰੀ ਨੇ ਵਾਵਾ ਖੱਟਣ ਵਾਸਤੇ ਉੱਠ ਕੇ ਸਤੀ ਹੋ ਗਈ। ਬਈ ਮੈਨੂੰ ਇਹ ਨਾ ਕੋਈ ਆਖੇ ਬਈ ਇਹ ਸਤੀ ਨਹੀਂ ਹੋਈ, ਵਾਵਾ ਖੱਟਣ ਵਾਸਤੇ। ਬਈ ਪਹਿਲਾਂ ਲੋਕ ਵਾਵਾ ਖੱਟਣ ਵਾਸਤੇ ਸਤੀ ਹੋ ਜਾਂਦੀਆਂ ਸਨ, ਪਰ ਅੰਦਰੋਂ ਮਨ ਨਹੀਂ ਸੀ ਕਹਿੰਦਾ ਵੀ ਮੈਂ ਪਤੀ ਦੀ ਚਿਖਾ ਵਿੱਚ ਸੜ ਕੇ ਸਤੀ ਹੋਵਾਂ। ਮੇਰੇ ਪਾਤਸ਼ਾਹ ਜੀ ਇਹ ਮੇਰੇ ਸਤਿਗੁਰੂ ਜੀ ਨੇ, ਗੁਰੂ ਅਮਰਦਾਸ ਮਹਾਰਾਜ ਨੇ ਸਤੀ ਪ੍ਰਥਾ ਖਤਮ ਕੀਤੀ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿਰਤ ਸੰਜੋਗ ਸਤੀ ਉੱਠ ਹੋਈ ਰਹਾਓ।
ਦੇਖਾ ਦੇਖੀ ਮਨ ਹਟ ਜਲ ਜਾਈਐ। ਮਨ ਦਾ ਹਟ, ਜਿਵੇਂ ਅਸੀਂ ਕਹਿੰਦੇ ਜਿੱਦ, ਜਿਵੇਂ ਅਸੀਂ ਕਹਿ ਦਈਏ ਸਿਰੜ। ਦੇਖਾ ਦੇਖੀ ਮਨ ਹਟ ਜਲ ਜਾਈਐ। ਦੇਖਾ ਦੇਖੀ ਲੋਕ ਸੜ ਕੇ, ਇਸਤਰੀਆਂ ਆਪਣੇ ਪਤੀ ਨਾਲ ਸੜ ਕੇ ਸਵਾਹ ਹੋ ਜਾਂਦੀਆਂ ਨੇ। ਪ੍ਰਿਆ ਸੰਗ ਨਾ ਪਾਵੈ, ਤੇ ਪਤੀ ਦੀ ਖਾਤਰ ਸੜ ਕੇ ਸਵਾਹ ਤੇ ਹੋਈਆਂ, ਪਰ ਪਤੀ ਦਾ ਮਿਲਾਪ ਨਹੀਂ ਹੋਇਆ। ਕਈਆਂ ਦਾ ਤੇ ਜਿਉਂਦੇ ਜੀ ਨਹੀਂ ਹੁੰਦਾ, ਤੇ ਮਰ ਕੇ ਕਿੱਥੋਂ ਹੋਣਾ। ਹੁਣ ਬਾਣੀ ਤੇ ਕਹਿ ਰਹੀ ਹੈ, ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ। ਜੀਵਦਿਆਂ ਮਿਲਾਪ ਹੋ ਜਾਵੇ ਤੇ ਮਰ ਕੇ ਕਿੱਥੋਂ ਹੋਣਾ। ਜੇ ਜਿਉਂਦਿਆਂ ਹੀ ਨਹੀਂ ਹੋਇਆ ਤੇ ਮਰ ਕੇ ਕਿਵੇਂ ਹੋਏਗਾ। ਜਿਉਂਦਿਆਂ ਹੀ ਵਿਕਾਰਾਂ ਨੇ ਖਹਿੜਾ ਨਹੀਂ ਛੱਡਿਆ ਤੇ ਮਰ ਕੇ ਕਿਵੇਂ ਛੱਡਿਆ ਜਾਏਗਾ। ਮੇਰੇ ਤੇ ਸਾਹਿਬ ਜੀ ਬਿਲਕੁਲ ਅੰਧਕਾਰ ਵਿੱਚੋਂ ਕੱਢ ਕੇ ਨਿਰੰਕਾਰ ਦਾ ਮਾਰਗ ਵਿਖਾਉਂਦੇ ਨੇ। ਕਿਆ ਦੇਖਾ ਦੇਖੀ, ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਵੇਖੋ ਵੇਖੀ ਲੋਕ ਕੰਮ ਕਰਦੇ ਨੇ। ਦੂਸਰੇ ਦੇ ਲਾਲ ਮੱਥਾ ਵੇਖ ਕੇ ਆਪਣਾ ਮੱਥਾ ਤੋੜ ਲੈਂਦੇ ਨੇ। ਵੇਖਾ ਵੇਖੀ ਹੈ ਨਾ, ਇੰਨੀ ਲੋੜ ਨਹੀਂ ਹੁੰਦੀ। ਕਈ ਵਾਰੀ ਸਾਨੂੰ ਸਿਰਫ ਵੇਖਾ ਵੇਖੀ ਕਰਨ, ਵਿਖਾਵਾ ਕਰਨ ਵਾਸਤੇ ਹੀ ਅਸੀਂ ਆਪਣੀ ਹੈਸੀਅਤ ਤੋਂ ਬਹੁਤਾ ਖਰਚਾ ਕਰ ਬੈਨੇ। ਵਿਖਾਵਾ ਕਰਨ ਵਾਸਤੇ ਲੋੜ ਨਹੀਂ ਹੁੰਦੀ। ਹੁਣ ਫਲਾਣੇ ਨੇ ਆਪਣੇ ਧੀ ਪੁੱਤਰ ਦਾ ਆਨੰਦ ਕਾਰਜ ਉਸ ਬੈਂਕਟ ਹਾਲ 'ਚ ਕੀਤਾ, ਇੰਨਾ ਖਰਚਾ ਕੀਤਾ, ਤੇ ਆਪਾਂ ਵੀ ਕਰਨਾ, ਭਾਵੇਂ ਪੈਲੀ ਵਿਕ ਜੇ, ਭਾਵੇਂ ਗਹਿਣੇ ਪੈ ਜਾਵੇ। ਵੇਖਾ ਵੇਖੀ ਹੈ ਨਾ, ਹਾਲਾਂਕਿ ਗੱਲ ਕੁਝ ਵੀ ਨਹੀਂ ਹੈ। ਇਸੇ ਤਰ੍ਹਾਂ ਵੇਖਾ ਵੇਖੀ ਜਿਹੜੀਆਂ ਇਸਤਰੀਆਂ ਸਨ, ਉਸ ਸਮੇਂ ਦੇ ਹਿਸਾਬ ਨਾਲ ਆਪਣੇ ਪਤੀ ਦੇ ਨਾਲ ਸੜ ਕੇ ਸਵਾਹ ਹੋ ਜਾਂਦੀਆਂ ਸਨ। ਵੇਖਾ ਵੇਖੀ, ਮੇਰੇ ਪਾਸ਼ਾ ਜੀ ਕਹਿੰਦੇ ਨੇ, ਦੇਖਾ ਦੇਖੀ ਮਨ ਹਟ ਜਲ ਜਾਈਐ। ਪ੍ਰਿਆ ਸੰਗ ਨਾ ਪਾਵੈ, ਬਹੁਤ ਜੋਣ ਭਵਾਈ ਹੈ। ਪਤੀ ਦਾ ਮਿਲਾਪ ਫਿਰ ਨਾ ਹੋਇਆ, ਫਿਰ ਜੋਨਾਂ ਵਿੱਚ ਭੁਆਟੜੀਆਂ ਖਾਧੀਆਂ। ਕਈ ਜਨਮ ਭਏ ਕੀਟ ਪਤੰਗਾ ਵਾਲੀ, ਕਈ ਜਨਮ ਆਵਾ ਗਾਉਣ ਦਾ ਫਿਰ ਉਹ ਗੇੜਾ ਬਣਿਆ ਰਿਹਾ। ਤੇ ਮੇਰੇ ਸਾਹਿਬ ਜੀ ਅੱਗੇ ਕਹਿੰਦੇ ਨੇ, ਸੀਲ ਸੰਜਮ ਪ੍ਰਿਆ ਆਗਿਆ ਮੰਨ। ਪ੍ਰਿਆ ਪਤੀ ਦੀ ਆਗਿਆ, ਸ਼ੀਲ ਤੋਂ ਭਾਵ ਹੈ ਸੁਸ਼ੀਲ, ਨਿਮਰਤਾ ਹੋਵੇ, ਸੰਜਮ। ਤੇਰਿਆਂ ਇੰਦਰੀਆਂ ਦੇ ਵਿੱਚ, ਤੈਨੂੰ ਇੰਦਰੀਆਂ ਨੂੰ ਕਾਬੂ ਕਰਨਾ ਆਉਂਦਾ ਹੋਵੇ, ਤੈਨੂੰ ਮਰਿਆਦਾ ਫਾਲੋ ਕਰਨੀ ਆਉਂਦੀ ਹੋਵੇ, ਤੈਨੂੰ ਸੰਜਮ ਦੇ ਵਿੱਚ ਜੀਣਾ ਆਉਂਦਾ ਹੋਵੇ, ਪਤੀ ਨੂੰ ਕਬੂਲ ਹੈ। ਇਹ ਮੇਲ ਫੀਮੇਲ ਦੋਵਾਂ ਵਾਸਤੇ ਹੈ, ਨਿਰੀ ਇਸਤਰੀ ਵਾਸਤੇ ਨਹੀਂ। ਮੈਂ ਨਾਲ ਹੀ ਗਈ ਗੱਲ ਕਹੀ ਜਾਣਾ। ਜੇ ਮਨੁੱਖ ਤੈਨੂੰ ਸੰਜਮ ਦੇ ਵਿੱਚ ਰਹਿਣਾ ਆਉਂਦਾ ਹੈ ਤੇ ਫਿਰ ਤੂੰ ਪਤੀ ਦੇ ਘਰ ਪ੍ਰਵਾਨ ਹੈ। ਕਿਆ ਸੀਲ ਸੰਜਮ ਪ੍ਰਿਆ ਆਗਿਆ ਮੰਨ। ਪ੍ਰਿਆ ਮੀਨਸ ਮਾਲਕ, ਖਸਮ, ਪਰਮਾਤਮਾ, ਤੇ ਮੇਲ ਫੀਮੇਲ ਦੋਵੇਂ ਹੀ ਉਸ ਪਰਮਾਤਮਾ ਦੀ ਆਗਿਆ ਵਿੱਚ ਰਹਿਣ, ਉਸ ਮਾਲਕ ਦੀ ਆਗਿਆ ਦਾ ਪਾਲਣ ਕਰਨ। ਤੇ ਜਿਵੇਂ ਇਸਤਰੀ ਆਪਣੇ ਪਤੀ ਨੂੰ ਰਝਾਉਣ ਵਾਸਤੇ ਉਹਦੀ ਆਗਿਆ ਵਿੱਚ ਰਹਿੰਦੀ ਹੈ ਤੇ ਉਹਦੀਆਂ ਖੁਸ਼ੀਆਂ ਮਾਣ ਲੈਂਦੀ ਹੈ। ਇਸਤਰੀ ਨੇ ਪੁੱਛਿਆ ਵੀ ਰੱਬ ਨੂੰ ਕਿਵੇਂ ਪਾਈਏ। ਇਸਤਰੀ ਪੁੱਛਦੀ ਹੈ ਕਿ ਆਪਣੇ ਪਤੀ ਨੂੰ ਕਿਵੇਂ ਵਸ ਕੀਤਾ ਜਾਵੇ। ਕਵਣ ਸੋ ਅੱਖਰ ਕਵਣ ਗੁਣ। ਅੱਖਰ ਤੋਂ ਭਾਵ ਹੈ ਕਿਹੜਾ ਉਪਦੇਸ਼ ਗ੍ਰਹਿਣ ਕਰਾਂ। ਕਵਣ ਸੋ ਅੱਖਰ ਕਵਣ ਗੁਣ। ਗੁਣ ਕਿਹੜਾ ਗ੍ਰਹਿਣ ਕਰਾਂ। ਕਵਣ ਸੋ ਅੱਖਰ ਕਵਣ ਗੁਣ। ਕਵਣ ਸੋ ਮਣੀਆਂ ਮੰਤ ਮੰਤਰ। ਕਿਹੜੇ ਮਿੱਠੜੇ ਸ਼੍ਰੋਮਣੀ ਬੋਲ ਬੋਲਾਂ। ਕਵਣ ਸੋ ਅੱਖਰ ਕਵਣ ਗੁਣ। ਕਵਣ ਸੋ ਮਣੀਆਂ ਮੰਤ। ਕਵਣ ਸੋ ਵੇਸੋ ਹਉ ਕਰੀ। ਹਉ ਤੋਂ ਭਾਵ ਹੈ ਮੈਂ ਕਿਹੜਾ ਲਿਬਾਸ ਧਾਰਨ ਕਰਾਂ ਜਿਸ ਵਸ ਆਵੇ ਕੰਤ। ਜੇ ਉਹ ਜਿਹੜਾ ਲਿਬਾਸ ਮੈਨੂੰ ਦੱਸੋ ਮੈਂ ਕਿਹੜਾ ਲਿਬਾਸ ਧਾਰਨ ਕਰਾਂ, ਮੈਂ ਕਿਹੋ ਜੇ ਬੋਲ ਬੋਲਾਂ, ਜੇ ਕਿਹੋ ਜੇ ਮੈਂ ਆਪਣੇ ਰਸਨਾ ਤੇ ਬੋਲ ਰਿਹਾ ਵਾਂ, ਇਹ ਮੈਨੂੰ ਦੱਸੋ ਤੇ ਮੈਂ ਕਿਸੇ ਦਾ ਲਿਬਾਸ ਧਾਰਨ ਕਰਾਂ, ਮੇਰਾ ਮਾਲਕ ਮੇਰੇ ਵਸ ਵਿੱਚ ਆਵੇ। ਤੇ ਮੇਰੇ ਸਾਹਿਬ ਜੀ ਅੱਗੇ ਫਿਰ ਭਗਤ ਜੀ ਕਹਿੰਦੇ ਨੇ, ਨਿਮਣ ਸੋ ਅੱਖਰ ਖਵਣ ਗੁਣ। ਜੇ ਤੂੰ ਉਸ ਨੂੰ ਮਾਲਕ ਨੂੰ ਵਸ ਕਰਨਾ ਹੈ ਤੇ ਤੇਰੇ ਅੰਦਰ ਨਿਮਰਤਾ ਹੋਵੇ ਤੇ ਸੁਣ ਕੇ ਸਹਿਣ ਸ਼ਕਤੀ ਹੋਵੇ। ਨਿਮਣ ਸੋ ਅੱਖਰ ਖਵਣ ਗੁਣ। ਜੇ ਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਤਾਂ ਤੂੰ ਸਤੀ ਹੈ ਜੇ ਤੂੰ ਆਪਣੇ ਕੰਤ ਨੂੰ ਵਸ ਕਰ ਲਿਆ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਲਾਸਟ ਦੀਆਂ ਤੁਕਾਂ ਵਿੱਚ, ਤਿਸ ਨਾਰੀ ਕੋ ਦੁੱਖ ਨਾ ਜਮਾਨੈ। ਸੀਲ ਸੰਜਮ ਪ੍ਰਿਆ ਆਗਿਆ ਮੰਨੈ। ਭਾਈ ਜਿਹੜੀ ਸੀਲ ਹੈ, ਸੰਜਮ ਵਿੱਚ, ਮਰਿਆਦਾ ਵਿੱਚ ਰਹਿਣ ਦੀ ਹੈ, ਉਸ ਨਾਰੀ ਨੂੰ, ਉਸ ਇਸਤਰੀ ਨੂੰ ਦੁੱਖਾਂ ਦਾ ਫਿਰ ਜਮਾਨੈ ਤੋਂ ਭਾਵ ਹੈ ਜਮਾਂ ਦਾ ਡਰ ਨਹੀਂ। ਇਹ ਦੋਵਾਂ ਨੂੰ ਮੇਲ ਤੇ ਫੀਮੇਲ ਵਾਸਤੇ ਹੈ।
ਜਿਹੜੇ ਗੁਰੂ ਕੇ ਭਾਣੇ ਗੁਰੂ ਦੀ ਰਜ਼ਾ ਵਿੱਚ ਰਹਿੰਦੇ ਨੇ ਉਹ ਜਮਾਂ ਤੋਂ ਰਹਿਤ ਹੋ ਜਾਂਦੇ ਨੇ। ਇਹ ਜਤੀ ਤੇ ਸਤੀ ਦੀ ਪਰਿਭਾਸ਼ਾ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ